ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਪਲੱਸ ਟੀਵੀ। ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਹਾਜ਼ਰ ਹਾਂ ਅਸੀਂ। ਪ੍ਰੋਫੈਸਰ ਵਿਰਦੀ ਜੀ ਤੁਹਾਡੇ ਨਾਲ ਨੇ। ਸੋ ਵਿਰਦੀ ਜੀ, ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਅਸੀਂ ਕਿਸ ਬਾਰੇ ਗੱਲ ਕਰੀਏ, ਕਿਉਂਕਿ ਤੁਹਾਡੇ ਸਾਹਮਣੇ ਬਹਿ ਕੇ ਮੈਨੂੰ ਡਰ ਲੱਗਦਾ ਹੁੰਦਾ ਕਿ ਇੰਨਾ ਹੀ ਕਿ ਨੌਲੇਜ ਹੈ ਤੁਹਾਨੂੰ, ਇੰਨਾ ਕਿ ਤੁਸੀਂ ਗਿਆਨ ਦਾ ਭੰਡਾਰ ਹੋ, ਕਿਸ ਗੱਲ ਨੂੰ ਮੈਂ ਛੇੜਾਂ। ਤੇ ਇਹ ਅੱਜ ਹੁਣ ਤੁਸੀਂ ਮੈਨੂੰ ਦੱਸ ਦਿਓ ਕਿ ਕੀ ਅੱਜ ਆਪਾਂ ਗੱਲ ਕਰਾਂਗੇ। ਪਹਿਲੀ ਗੱਲ ਤਾਂ ਰਾਜ ਜੀ ਇਹ ਸੋਚ ਲਓ ਕਿ ਜੇ ਟੀਚਰ ਅੱਛਾ ਹੈ, ਉਹਨੂੰ ਨੌਲੇਜ ਹੈ ਨਾ, ਤੇ ਆਪਾਂ ਡਰਨਾ ਨਹੀਂ। ਡਰਨ ਵਾਲਾ ਐਟੀਟਿਊਡ ਜਿਹੜਾ ਸਾਡਾ ਆ, ਉਹ ਰਿਸਪੈਕਟ ਦਾ ਭਾਵੇਂ ਸੀਗਾ, ਪਰ ਡਰ ਨਹੀਂ। ਸਾਡਾ ਇੱਕ ਫਰੈਂਡਲੀ ਰਿਲੇਸ਼ਨ ਹੋਵੇ ਟੀਚਰ ਦੇ ਨਾਲ, ਕਿ ਜਿਹਨਾਂ ਟੀਚਰ ਵੀ ਖੁਸ਼ੀਆਂ ਮਾਣ ਕੇ ਜਾਏ ਤੇ ਸਟੂਡੈਂਟ ਵੀ ਖੁਸ਼ੀਆਂ ਮਾਣਦੇ ਹੋਏ ਘਰ ਨੂੰ ਜਾਣ। ਗੱਲ ਬਿਲਕੁਲ ਸਹੀ ਕਹੀ ਹੈ ਪ੍ਰੋਫੈਸਰ ਸਾਹਿਬ ਨੇ। ਕਿਉਂ ਜ਼ਿੰਦਗੀ ਦਾ ਹਰ ਪਲ, ਜਿਹੜਾ ਫੇਜ਼, ਚਾਹੇ ਬਚਪਨ ਆ, ਸਾਡੀ ਜਵਾਨੀ ਆ, ਜਿਹੜਾ ਨਿਕਲ ਗਿਆ ਦੁਬਾਰਾ ਨਹੀਂ ਵਾਪਸ ਆਉਣਾ। ਤਾਂ ਮੈਂ ਆਪਣੇ ਸਟੂਡੈਂਟ ਨੂੰ ਕਹਿੰਦਾ ਹੁੰਦਾ ਵੀ ਹਰ ਇੱਕ ਪਲ ਰੱਜ ਕੇ ਇੰਜੋਏ ਕਰੋ। ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਸਭ ਤੋਂ ਜ਼ਿਆਦਾ ਸਾਨੂੰ ਬੋਰਿੰਗ ਲੱਗਦੀ ਸੀ ਹਿਸਟਰੀ, ਔਰ ਮੈਨੂੰ ਆਪ ਬੜੀ ਬੋਰਿੰਗ ਲੱਗਦੀ ਸੀ। ਬੜੀ ਕੁੱਟ ਖਾਦੀ ਸਹੀ ਦੱਸੀਏ ਟੀਚਰਾਂ ਨੂੰ। ਇਹੋ ਹੀ ਨਹੀਂ ਸਮਝ ਆਉਂਦਾ ਸੀ ਅਕਬਰ ਦਾ ਬਰਥ ਕਦੋਂ ਹੋਇਆ ਜੀ, ਕਦੋਂ ਕੌਣ ਆਇਆ ਸੀ, ਮੁਗਲ ਆਏ, ਕੁਝ ਨਾਮ ਯਾਦ ਹੋ ਗਏ, ਲੇਕਿਨ ਉਹ ਕਿਉਂ ਪੜ੍ਹਨੀ ਹੈ, ਉਹਦਾ ਰੀਜ਼ਨ ਕੀ ਹੈ, ਕਦੇ ਨਹੀਂ ਸਮਝ ਆਇਆ। ਜੀ ਜੀ ਜੀ। ਹੁਣ ਕੈਨੇਡਾ ਵਿੱਚ ਮੈਂ ਸਿਟੀਜ਼ਨਸ਼ਿਪ ਪੜ੍ਹਾਉਣੀ ਸ਼ੁਰੂ ਕੀਤੀ, ਲੇਕਿਨ ਜਿਉਂ-ਜਿਉਂ ਐਗਜ਼ਾਮ ਨੂੰ ਔਖਾ ਕਰਤਾ 2012 ਤੋਂ ਕੈਨੇਡੀਅਨ ਗਵਰਨਮੈਂਟ ਨੇ, ਉਹ ਕਹਿੰਦੇ ਕਿ ਇੰਨੀ ਕੁ ਨੌਲੇਜ ਜਿਹੜੀ ਆ ਵੀ ਤੁਹਾਨੂੰ ਬਸ ਇੰਨਾ ਪਤਾ ਹੋ ਵੀ ਇਹਦੀ ਕੈਪੀਟਲ ਓਨਟਾਰੀਓ ਆ ਜੀ, ਇੱਥੇ ਕਿਹੜੀ ਗਵਰਨਮੈਂਟ ਆ, ਇੱਦਾਂ ਦੀਆਂ 4-5 ਗੱਲਾਂ ਕਰਕੇ ਤੁਸੀਂ ਸਿਟੀਜ਼ਨ ਹੋ ਜਾਓ। ਨੋ, ਯੂ ਸ਼ੁੱਡ ਨੋ ਇੰਗਲਿਸ਼ ਪ੍ਰੋਪਰਲੀ ਜੀ। You should be able to communicate कि when you are Canadian citizen, you should be able to communicate your feelings in English everywhere in the world, so that you can be recognized as English Canadian person. जी. Official language either French or English होवे. जी. Number 2, you should have that much knowledge about Canada कि ਤੁਹਾਨੂੰ ਆਪਣੇ ਕੈਨੇਡਾ ਕੰਟਰੀ ਤੇ ਮਾਣ ਹੋਵੇ। ਬਿਲਕੁਲ। ਪਰ ਜੋ ਕੈਨੇਡਾ ਦੀ ਸਿਟੀਜ਼ਨਸ਼ਿਪ ਬੁੱਕ ਹੈ, ਉਹ ਉਹਨਾਂ ਨੇ ਬੜੀ ਮਿਹਨਤ ਨਾਲ ਕੈਨੇਡਾ ਦੇ 24 ਗ੍ਰੇਟ ਆਥਰਸ ਜਿਹੜੇ ਨੇ ਉਹਨਾਂ ਕੋਲੋਂ ਬਣਵਾਈ। ਉਹਦੇ ਵਿੱਚ 16 ਜਿਹੜੀਆਂ ਉਹਨਾਂ ਦੀਆਂ ਡਿਪਾਰਟਮੈਂਟਸ ਨੇ ਜਿਨ੍ਹਾਂ ਨੇ ਹੈਲਪ ਕੀਤੀ, ਤੇ 4 ਆਰਗੇਨਾਈਜੇਸ਼ਨ ਉਹਨਾਂ ਨੇ ਐਕਨੋਲੇਜ ਕੀਤਾ ਹੋਇਆ ਇਸ ਦੀ ਬੁੱਕ ਦੇ ਐਂਡ ਦੇ ਵਿੱਚ ਪਿੱਛੇ ਦੱਸਦਾ ਹੋਇਆ ਜੀ। ਹਾਂਜੀ। ਬਟ ਆਈ ਐਮ ਸੌਰੀ ਟੂ ਸੇ ਕਿ ਸਾਰਿਆਂ ਕੋਲੋਂ ਮਿਲ ਕੇ ਇੱਕ ਵੈਲ ਆਰਗੇਨਾਈਜ਼ਡ ਬੁੱਕ ਨਹੀਂ ਲਿਖੀ ਜਾ ਸਕੀ। ਆਈ ਐਮ ਸੌਰੀ ਟੂ ਸੇ ਅਬਾਊਟ ਦ ਕੈਨੇਡੀਅਨ ਗਵਰਨਮੈਂਟ। ਮੈਂ 10 ਸਾਲ ਤੋਂ ਇਸ ਚੀਜ਼ ਦਾ ਇਹਨਾਂ ਨੂੰ ਰੌਲਾ ਪਾ ਰਿਹਾ ਵੀ, ਆਪਣੀ ਗੱਲ ਪੁਆਇੰਟ ਆਊਟ ਕਰ ਰਿਹਾ। ਇਮੀਗ੍ਰੇਸ਼ਨ ਮਿਨਿਸਟਰ ਤੱਕ ਨੂੰ ਮੈਂ ਚੀਜ਼ਾਂ ਬਾਈ ਹੈਂਡ ਵੀ ਦਿੱਤੀਆਂ ਹੋਈਆਂ ਕਿ ਆਹ ਚੀਜ਼ਾਂ ਨੂੰ ਠੀਕ ਕਰੋ, ਰੇਡੀਓ TV ਤੇ ਸਭ ਜਗ੍ਹਾ ਜਾ ਕੇ। ਬਟ ਗਵਰਨਮੈਂਟ ਡਜ਼ਨਟ ਹੈਵ ਟਾਈਮ ਟੂ ਕਰੈਕਟ ਦੈਮ, ਜਿਹੜੀਆਂ ਕਿ ਚੰਗੇ ਭਲੇ ਪੜ੍ਹੇ ਲਿਖਿਆਂ ਨੂੰ ਕਨਫਿਊਜ਼ ਕਰਦੀਆਂ ਜੀ। ਕੈਨੇਡੀਅਨ ਗਵਰਨਮੈਂਟ ਦੀ ਜਿਹੜੀ ਸਟੱਡੀ ਗਾਈਡ ਹੈ, ਜਿਸ ਨੂੰ ਡਿਸਕਵਰ ਕੈਨੇਡਾ ਕਹਿੰਦੇ ਆ, ਉਸ ਦਾ ਨਾਮ ਹੈ ਡਿਸਕਵਰ ਕੈਨੇਡਾ। ਇਹ ਕੁਐਸਚਨ ਵੀ ਆ ਜਾਂਦਾ, ਕਿਉਂਕਿ ਮੈਂ ਜਦੋਂ ਇੰਟਰਪ੍ਰੇਟਰ ਦੇ ਤੌਰ ਤੇ ਜਾਂਦਾ ਸੀ ਨਾ, ਜੱਜਸ ਦੇ ਕੋਲ ਅਲਾਓ ਕਰਦੇ ਸੀ ਟਰਾਂਸਲੇਸ਼ਨ ਲਈ, ਤੇ ਉਦੋਂ ਕਈ ਵਾਰ ਜੱਜ ਪੁੱਛ ਲੈਂਦੇ ਸੀ ਵਾਟ ਇਜ਼ ਦਾ ਨੇਮ ਆਫ ਦਾ ਆਫੀਸ਼ੀਅਲ ਸਟੱਡੀ ਗਾਈਡ। ਕਈ ਸਟੂਡੈਂਟ ਨੂੰ ਇਹ ਨਹੀਂ ਸੀ ਪਤਾ ਹੁੰਦਾ ਜੀ 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 ਵੀ ਡਿਸਕਵਰ ਕੈਨੇਡਾ ਬੁੱਕ ਦਾ ਨਾਮ ਹੈ। ਉਹ ਕਹਿੰਦੇ ਇਸੇ ਤੋਂ ਹੀ ਤੁਸੀਂ ਪੜ੍ਹਨਾ, ਅਸੀਂ ਬਣਾਈ ਹੋਈ ਹੈ, ਇਸੇ ਦੀ ਵਰਡਿੰਗ ਯਾਦ ਕਰੋ, ਸਾਨੂੰ ਪਤਾ ਲੱਗੇ ਤੁਹਾਨੂੰ ਤੁਸੀਂ ਇੰਗਲਿਸ਼ ਨੂੰ ਆਪਣੇ ਦਿਮਾਗ ਵਿੱਚ ਪ੍ਰਿੰਟ ਕਰ ਲਿਆ ਹੈ ਜਾਂ ਉਹਨੂੰ ਰੱਟਾ ਲਗਾ ਲਿਆ ਹੈ ਜੀ। ਪਰ ਇਹ ਕਿਤਾਬ ਬਹੁਤ ਜਗ੍ਹਾ ਕਨਫਿਊਜ਼ਨ ਕਰਦੀ ਹੈ ਜੀ। ਹਿਸਟਰੀ ਨੂੰ ਵੈਲ ਆਰਗੇਨਾਈਜ਼ ਕਰਕੇ ਨਹੀਂ ਲਿਖਿਆ ਗਿਆ। ਮੈਂ ਫਿਰ ਆਪਣੇ ਕਈ ਸਾਲਾਂ ਦੀ ਰਿਸਰਚ ਬਾਅਦ ਇਹਨੂੰ ਰਿਸਰਚ ਕਰਕੇ ਹਿਸਟਰੀ ਨੂੰ ਆਰਗੇਨਾਈਜ਼ ਕੀਤਾ ਤਾਂ ਕਿ ਲੋਕਾਂ ਲਈ ਉਹ ਈਜ਼ੀ ਬਣੇ। ਮੈਂ ਹਰ ਸਟੂਡੈਂਟ ਨੂੰ ਨੋਟਸ ਬਣਾ ਕੇ ਦਿੰਦਾ ਕਿ ਦੇਖੋ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਕਦੋਂ ਕਿੱਥੇ ਕੀ ਹੋਇਆ, ਪਿਛਲੇ 400 ਸਾਲ ਦੀ ਸਾਰੀ ਹਿਸਟਰੀ ਆਪਾਂ ਜਾਣਨੀ ਹੈ ਜੀ। ਤੋ ਇਹ ਮੇਰੀ ਬੁੱਕ ਜੋ ਹੈ ਡਿਸਕਵਰ ਕੈਨੇਡਾ ਮੇਡ ਸਿੰਪਲ, ਇਹ ਅਸੀਂ ਸਾਰੀਆਂ ਕਰੀਬ 350 ਬੁੱਕਸ ਜਿਹੜੀਆਂ ਨਾਟ ਫॉर ਸੇਲ, ਇਹ ਅਸੀਂ ਪਾਰਲੀਮੈਂਟ ਨੂੰ ਭੇਜਣ ਜਾ ਰਹੇ ਹਾਂ ਰਿਲੀਜ਼ ਕਰਕੇ। ਹਰ ਮੈਂਬਰ ਆਫ ਪਾਰਲੀਮੈਂਟ ਕੋਲ ਹੋਣ, ਉੱਥੇ ਦੇ ਡਿਪਾਰਟਮੈਂਟ ਵਿੱਚ ਪਈਆਂ ਹੋਣ ਵੀ ਦੇਖੋ ਆਹ ਬੁੱਕ ਕਿੰਨੀ ਈਜ਼ੀ ਔਰ ਇੰਟਰਸਟਿੰਗ ਬਣਾਈ ਹੋਈ ਹੈ। ਮੈਂ ਬਿਲਕੁਲ, ਤੁਸੀਂ ਸਾਨੂੰ ਇਹਦੇ 'ਚ ਲਵੋ, ਮੇਰਾ ਇਹ ਕਾਪੀਰਾਈਟ ਹੈ, ਇਹ ਗਵਰਨਮੈਂਟ ਨੂੰ ਅਪਰੂਵ ਕਰਨੀ ਪੈਣੀ ਹੈ ਈਜ਼ੀ ਬਣਾਉਣ ਵਾਸਤੇ। ਔਰ ਮੈਂ ਚਾਹੁੰਦਾ ਜਿੱਥੇ ਉਹ ਨਾਮ ਪਿੱਛੇ ਹੋਰਾਂ ਦੇ ਆਇਆ, ਉੱਥੇ ਇੱਕ ਇੰਡੀਅਨ ਬੰਦੇ ਦਾ, ਇੱਕ ਮੇਰਾ ਨਾਮ ਵੀ ਹੋਵੇ ਕਿ ਮੈਂ ਇਸ ਬੁੱਕ ਨੂੰ ਈਜ਼ੀ ਕੀਤਾ। ਬਹੁਤ ਮਾਣ ਵਾਲੀ ਗੱਲ ਹੋਏਗੀ ਸਾਡੇ ਵਾਸਤੇ ਜੀ। ਦੇਖੋ ਕੋਈ ਕੰਮ ਕਰੋ, ਮਿਹਨਤ ਹੈ, ਉਹਨੂੰ ਰੈਕਗਨਾਈਜ਼ ਕਰਨਾ ਚਾਹੀਦਾ ਹੈ। ਲਓ ਅੱਜ ਆਪਾਂ ਚੱਲਦੇ ਹਾਂ ਕਿ ਆਪਾਂ ਹੁਣ ਕੈਨੇਡਾ ਦੀ ਜਿਹੜੀ ਸ਼ੁਰੂਆਤ ਹਿਸਟਰੀ ਦੀ, ਜਿੱਥੋਂ ਆਪਣੇ ਕੁਐਸਚਨ ਆਉਂਦੇ ਆ, ਆਪਾਂ ਉਹਨਾਂ ਦੀ ਗੱਲ ਕਰਦੇ ਹਾਂ ਜੀ। ਕਹਿੰਦੇ ਜੀ ਕਿ ਧਰਤੀ, ਤੁਹਾਨੂੰ ਪਤਾ ਕਿ ਪਹਿਲਾਂ ਜੋ ਅੱਜ ਦਾ ਇਹ ਆਪਣਾ ਨਾਰਥ ਅਮਰੀਕਾ ਹੈ ਤੇ ਰਸ਼ੀਆ ਹੈ, ਤੁਹਾਨੂੰ ਪਤਾ ਜੁੜਿਆ ਹੋਇਆ ਸੀ ਪਹਿਲਾਂ। ਮੈਂ ਦੇਖੋ ਸਹੀ ਗੱਲ ਤੁਹਾਨੂੰ ਦੱਸਾਂ, ਇਹ ਸੁਣਿਆ ਹੈ ਪਰ ਮੈਨੂੰ ਪਤਾ ਨਹੀਂ ਹੈ ਕਿ ਜੁੜਿਆ ਹੋਇਆ ਸੀ ਕਿ ਨਹੀਂ ਜੁੜਿਆ ਸੀ। ਪਰ ਇਹ ਮੈਨੂੰ ਪਤਾ ਹੈ ਕਿ ਅਲਾਸਕਾ ਰਸ਼ੀਆ ਦਾ ਪਾਰਟ ਸੀਗਾ। ਰਸ਼ੀਆ ਦਾ ਪਾਰਟ ਸੀਗਾ। ਇਹ ਨਾਲ ਜੁੜੇ ਹੋਏ ਸੀਗੇ ਅੱਜ ਤੋਂ 12,000 ਸਾਲ ਪਹਿਲਾਂ। ਹੁਣ ਧਰਤੀ ਜਿਵੇਂ ਘੁੰਮ ਰਹੀ ਹੈ, ਆਪਾਂ ਕਹਿੰਦੇ ਨਾ ਧਰਤੀ ਹੌਲੀ ਹੌਲੀ ਠੰਡੀ ਹੋਈ, ਤੇ ਧਰਤੀ ਜਿਹੜੀ ਜਗ੍ਹਾ ਜੰਮਦੀ ਗਈ, ਉੱਥੋਂ ਅਗਲਾ ਹਿੱਸਾ ਧਰਤੀ ਦੇ ਘੁੰਮਣ ਨਾਲ ਗਾਂ ਤੋਂ ਗਾਂ ਜਿਹੜਾ ਉੱਪਰਲੀ ਲੇਅਰ ਸੀ ਹਾਲੇ ਠੰਡੀ ਨਹੀਂ ਸੀ ਹੋਈ, ਉਹ ਖਿਸਕ ਕੇ ਗਾਂ ਜਾਈ ਗਈ। ਹਾਂਜੀ, ਠੀਕ ਹੈ ਨਾ।
ਹੁਣ ਤੁਸੀਂ ਇਸ ਦਾ ਸਭ ਤੋਂ ਵੱਡਾ, ਤੁਸੀਂ ਉਹਨੂੰ ਮੈਂ ਦੇਖੋ ਸਕਰੀਨਸ਼ਾਟ ਤੁਸੀਂ ਦਿਖਾ ਰਹੇ ਹੋ ਕਿ ਨਾਰਥ ਅਮਰੀਕਾ ਤੇ ਸਾਊਥ ਅਮਰੀਕਾ ਦੇ ਵਿੱਚ ਜਿਹੜਾ ਗੈਪ ਹੈ, ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਨਿਕਲ ਕੇ ਅੱਗੇ ਜਾ ਕੇ ਅਫਰੀਕਾ ਥੱਲੇ ਸੈੱਟ ਹੋਇਆ ਹੋਵੇ, ਇਹਦੇ ਵਿੱਚ ਕਿਸੇ ਨਾ ਕਿਸ ਤਰ੍ਹਾਂ ਜੁੜਿਆ ਹੋਵੇ? ਬਿਲਕੁਲ ਸਹੀ ਗੱਲ। ਇਹ ਪ੍ਰੂਫ ਹੈ, ਸਾਨੂੰ ਦੇਖਣ ਤੋਂ ਮਿਲਦਾ ਹੈ। ਜੀ। ਇਹ ਹਾਈਪੋਥੇਸਿਸ ਹੈ ਜਿਹੜਾ ਕਿ ਅੱਜ ਤੋਂ ਲੱਖਾਂ ਸਾਲ ਪਹਿਲਾਂ ਇਹ ਚੀਜ਼ ਹੋ ਚੁੱਕੀ ਹੈ। ਉਸ ਵਕਤ ਰਸ਼ੀਆ ਤੇ ਕੈਨੇਡਾ ਦਾ ਜਿਹੜਾ ਅਲਾਸਕਾ ਵਾਲਾ ਪਾਰਟ ਹੈ ਇਹ ਜੁੜੇ ਹੋਏ ਸਨ। ਬੈਰਿੰਗ ਸੀ, ਇਹ ਵਿੱਚ ਇਹਦੇ ਕੋਈ ਪਾਰਟ ਨਹੀਂ ਸੀ, ਲੇਕਿਨ 12,000 ਸਾਲ ਪਹਿਲਾਂ ਜਾਂ ਉਸ ਤੋਂ ਪਹਿਲਾਂ ਜਿਹੜੇ ਆਉਣ ਵਾਲੇ ਐਬਰੀਜਨਲ ਲੋਕ ਆਏ ਸਨ, ਉਹ ਏਸ਼ੀਆ ਤੋਂ ਆਏ ਸਨ, ਯਾਨੀ ਕਿ ਚਾਈਨਾ, ਰਸ਼ੀਆ, ਇੰਡੀਆ ਜਾਂ ਇਹਦੇ ਆਸ-ਪਾਸ ਦੇ ਕੰਟਰੀਆਂ ਤੋਂ, ਔਰ ਉਹ ਘੋੜਿਆਂ ਤੇ ਪੋਨੀਜ਼ ਦੇ ਉੱਤੇ ਆਏ ਸਨ। ਉਦੋਂ ਸ਼ਿਪ ਥੋੜੀ ਜਿਹੀ ਹਲੇ ਨਿਕਲੇ ਜੀ। ਬਿਲਕੁਲ ਬਿਲਕੁਲ। ਉਹ ਫਿਰ ਜਦੋਂ ਪਹਾੜ ਪੈ ਗਿਆ, ਉਹ ਲੋਕ ਇੱਥੇ ਹੀ ਸੈੱਟ ਹੋ ਗਏ। ਇਹ ਆਪਾਂ ਜਾਣਨਾ ਕਿ ਥਾਊਜ਼ੈਂਡਸ ਆਫ ਈਅਰਸ ਅਗੋ ਐਬਰੀਜਨਲ ਪੀਪਲਸ ਕੇਮ ਟੂ ਕੈਨੇਡਾ। ਨੰਬਰ 1 ਜੀ। 400 ਸਾਲ ਪਹਿਲਾਂ ਫ੍ਰੈਂਚ ਪੀਪਲ ਆਏ 1604 ਦੇ ਵਿੱਚ। 2 ਕੈਪਟਨ ਸਨ, 2 ਕੈਪਟਨ 8500 ਬੰਦਿਆਂ ਨੂੰ 8500 ਫ੍ਰੈਂਚ ਲੋਕਾਂ ਨੂੰ ਲੈ ਕੇ ਆਏ ਇੱਥੇ, ਔਰ ਉਹਨਾਂ ਨੇ ਆ ਕੇ ਇੱਥੇ ਜਦੋਂ ਨੋਵਾ ਸਕੋਸ਼ੀਆ 'ਚ ਆਏ, ਉੱਥੇ ਕੋਈ ਦਿੱਕਤ ਨਹੀਂ ਆਈ, ਪੀਸਫੁਲ ਰਿਹਾ। ਫਿਰ ਉਹ ਨਿਊ ਬ੍ਰੰਸਵਿਕ 'ਚ ਆਏ ਅੰਦਰ, ਉੱਥੇ ਵੀ ਪੀਸਫੁਲ ਰਿਹਾ। ਜਦੋਂ ਕਿਊਬਿਕ 'ਚ ਐਂਟਰ ਕੀਤੇ, ਜਿਹੜੇ ਉੱਥੇ ਦੇ ਐਬਰੀਜਨਲ ਸੀ, ਉਹ ਜਿਹੜਾ ਲੜਾਕੇ ਸੀ, ਕਿਉਂਕਿ ਲਾਈਫ ਉੱਥੇ ਬੜੀ ਹਾਰਡ ਹੈ ਕਿਊਬਿਕ ਦੇ ਵਿੱਚ, ਉਹਨਾਂ ਨੂੰ ਲੱਗਿਆ ਕਿ ਇਹ ਫੋਰਨ ਦੇ ਲੋਕ ਜੋ ਨੇ ਇਹ ਆ ਕੇ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਲੱਗੇ ਆ। ਲੜਾਈ ਸ਼ੁਰੂ ਹੋ ਗਈ ਜੀ। ਜਿਹੜੇ ਇਹ 2 ਕੈਪਟਨ ਆਏ ਸੀ, ਉਹਨਾਂ ਵਿੱਚੋਂ ਦੇਖੋ ਹਸਬੈਂਡ ਵਾਈਫ ਹੋਣ, 2 ਭਰਾ ਹੋਣ, ਇੱਕ ਜ਼ਿਆਦਾ ਡੋਮੀਨੇਟਿੰਗ ਹੁੰਦਾ, ਇੱਕ ਘੱਟ ਹੁੰਦਾ, ਹੈ ਨਾ। ਤਾਂ ਦੋਨਾਂ ਕੈਪਟਨ ਦੇ ਵਿੱਚੋਂ ਜਿਹੜਾ ਸੈਮੂਅਲ ਦ ਸ਼ੈਂਪਲਿਨ ਸੀ, ਉਹ ਜ਼ਿਆਦਾ ਡੋਮੀਨੇਟਿੰਗ ਸੀ, ਔਰ ਉਸ ਨੂੰ ਪਹਿਲਾਂ ਪਤਾ ਸੀ ਕਿ ਐਕਸਪਲੋਰਰ ਆ ਚੁੱਕੇ ਸੀ, ਉਹਨਾਂ ਨੂੰ ਦੱਸਿਆ ਹੋਇਆ ਸੀ। ਉਹਨਾਂ ਨੇ ਜੋ ਸੈਂਟ ਲਾਰੈਂਸ ਰਿਵਰ ਜਦੋਂ ਸਮੁੰਦਰ 'ਚ ਪੈਂਦੀ ਹੈ, ਉੱਥੇ ਕਿਊਬਿਕ ਸਿਟੀ ਬਣਾਉਣ ਦਾ ਉਹਨਾਂ ਦਾ ਪਹਿਲਾ ਪਲਾਨ ਸੀ। ਉਹਨਾਂ ਨੇ ਉੱਥੇ ਉਹ ਕਿਊਬਿਕ ਦਾ ਇੱਕ ਕਿਲਾ ਬਣਾਇਆ, ਫੋਰਟਰੈਸ। ਉਹ ਫੋਰਟਰੈਸ ਵਿੱਚ 8500 ਬੰਦੇ ਜਿਹੜੇ ਸੈਟਲ ਹੋਏ ਫ੍ਰੈਂਚ ਲੋਕ, ਤੇ ਉਹਦੇ ਕਾਰਨ ਕਿਊਬਿਕ ਸਿਟੀ ਡਿਵੈਲਪ ਹੋਇਆ। ਔਰ ਇਹ ਲੜਾਈ ਇਦਾਂ ਦੀ ਸ਼ੁਰੂ ਹੋਈ ਜ਼ਬਰਦਸਤ ਕਿ 93 ਈਅਰ 올ਡ ਲੜਾਈ ਚੱਲਦੀ ਰਹੀ ਹੈ। 93 ਸਾਲ, 3 ਜਨਰੇਸ਼ਨਾਂ ਮੁੱਕ ਗਈਆਂ। ਦੇਖੋ ਜੀ, ਲਾਈਫ ਕਦੀ ਕਿਸੇ ਲਈ ਈਜ਼ੀ ਹੋਈ ਰਹਿ ਸਕਦੀ ਹੈ? ਬਿਲਕੁਲ ਬਿਲਕੁਲ ਸਹੀ ਗੱਲ ਹੈ। ਹੁਣ ਵੀ ਸਾਡੇ ਜਿਹੜਾ ਕਿਊਬੈਕ ਵਾਲੇ ਆ ਤੇ ਕੈਨੇਡੀਅਨ ਲਿਬਰਲ ਵਾਲੇ ਆ, ਇਹਨਾਂ 'ਚ ਮਤਲਬ ਲਿਬਰਲ ਕਹਿ ਲਈ ਆਪਾਂ, ਗਵਰਨਮੈਂਟ ਦੇ ਵਿੱਚ ਲੜਾਈ ਚੱਲਦੀ ਰਹਿੰਦੀ ਹੈ ਕਿ ਉਹਨੂੰ ਲਿਬਰਲ ਕਰੋ ਜਾਂ ਨਾ ਕਰੋ। ਉਹ ਅਲੱਗ ਹੋਣਾ ਚਾਹੁੰਦੇ ਆ। ਮੈਂ ਉਹ ਹਿਸਟਰੀ ਪਤਾ ਹੀ ਨਹੀਂ ਬਹੁਤ ਲੋਕਾਂ ਨੂੰ, ਮੈਂ ਉਹ ਵੀ ਤੁਹਾਨੂੰ ਜਾਣਕਾਰੀ ਦਿਆਂਗਾ। ਇਹ ਇੱਕ ਦਿਨ 'ਚ ਆਪਣਾ ਨਹੀਂ ਹੋਣਾ ਜਾਂ ਇੱਕ ਸੈਗਮੈਂਟ 'ਚ ਨਹੀਂ ਹੋਣਾ, ਪਰ ਮੈਂ ਤੁਹਾਨੂੰ ਥੋੜ੍ਹੀਆਂ ਚੀਜ਼ਾਂ ਇੰਟਰਸਟਿੰਗ ਬਣਾਉਣ ਲਈ ਚੀਜ਼ ਦੱਸਾਂਗਾ। ਤਾਂ ਉਹ ਦੇਖੋ, ਫ੍ਰੈਂਚ ਲੋਕ ਇੱਥੇ ਐਬਰੀਜਨਲ ਲੋਕਾਂ ਨਾਲ 93 ਈਅਰਸ ਲੜਦੇ ਰਹੇ ਤੇ 3 ਜਨਰੇਸ਼ਨਾਂ ਮੁੱਕ ਗਈਆਂ ਜੀ। ਹੁਣ ਯਾਦ ਕਦੋਂ ਕਰਨਾ, ਕਦੋਂ ਤੋਂ ਸ਼ੁਰੂ ਹੋਈ? 1604 ਚੋਂ ਆਏ, 400 ਸਾਲ ਪੁਰਾਣੀ ਹਿਸਟਰੀ ਹੈ। 4 ਸਾਲ ਉਹਨਾਂ ਦੇ ਪੀਸਫੁਲ ਬੀਤੇ ਤੇ 1608 ਦੇ ਵਿੱਚ 1608 ਵਿੱਚ ਉਹਨਾਂ ਦੀ ਲੜਾਈ ਸ਼ੁਰੂ ਹੋ ਗਈ। ਔਰ ਉਦੋਂ ਹੀ ਉਹਨਾਂ ਨੇ ਸੈਮੂਅਲ ਦਾ ਸ਼ੈਂਪਲਿਨ ਜੋ ਕੈਪਟਨ ਸੀ, ਉਹਨੇ ਆਪਣੇ ਬੰਦਿਆਂ ਨੂੰ ਲੈ ਕੇ ਜੋ ਅੱਜ ਦਾ ਕਿਊਬਿਕ ਸਿਟੀ ਹੈ ਉੱਥੇ ਦਾ ਹਿਸਟੋਰਿਕ ਫੋਰਟਰੈਸ ਬਣਾਇਆ। ਹੁਣ ਇੱਕ ਜਨਰੇਸ਼ਨ ਮੁੱਕ ਗਈ, ਦੂਜੀ ਮੁੱਕ ਗਈ, ਤੀਸਰੀ ਮੁੱਕ ਗਈ। ਜਦੋਂ ਸਦੀ ਪਲਟਣ ਲੱਗੀ 1699, 1700 ਆ ਗਿਆ, 1701, 1701 ਵਿੱਚ ਨਾ ਦੋਨਾਂ ਧਿਰਾਂ ਨੇ ਬੈਠ ਕੇ, ਦੋਨੋਂ ਪਾਰਟੀਆਂ ਨੇ, ਐਬਰੀਜਨਲ ਨੇ ਤੇ ਫ੍ਰੈਂਚ ਨੇ, ਆਪਸ ਮੀਟਿੰਗ ਕੀਤੀ। ਯਾਰ, ਨਾ ਅਸੀਂ ਇੱਥੋਂ ਜਾਣ ਵਾਲੇ ਹਾਂ ਤੇ ਨਾ ਤੁਸੀਂ ਸਾਨੂੰ ਕੱਢ ਸਕਦੇ ਆ, ਕਿਉਂ ਨਾ ਪਿਆਰ ਨਾਲ ਜੀ ਕੇ ਦੇਖੀਏ। ਸਾਡੇ ਬਜ਼ੁਰਗ ਜਿਹੜੇ ਆ, ਸਾਡੇ ਮਾਂ-ਬਾਪ, ਸਾਡੇ ਦਾਦੇ ਪੜਦਾਦੇ, ਉਹ ਲੜਦੇ ਮਰ ਗਏ ਆ। ਐਬਰੀਜਨਲ ਨੇ ਵੀ ਇਸ ਤੇ ਐਕਸੈਪਟ ਕਰ ਲਿਆ ਕਿ ਯਾਰ ਇਹ ਵੀ ਬੜੇ ਢੀਠ ਬੰਦੇ ਜਾਣ ਵਾਲੇ ਨਹੀਂ। ਇਹਨਾਂ ਦੇ ਵਿੱਚ ਫਿਰ ਪੀਸ ਟ੍ਰੀਟੀ ਹੋਈ 1701 ਦੇ ਵਿੱਚ, ਜਦੋਂ ਸਦੀ ਪਲਟਣ ਲੱਗੀ। ਬਸ ਸਮਝੋ, ਠੀਕ ਹੈ ਨਾ। ਹਿਸਟਰੀ ਦਾ ਸਾਨੂੰ ਈਅਰ ਯਾਦ ਹੋ ਗਿਆ। ਹੁਣ ਬ੍ਰਿਟਿਸ਼ ਲੋਕ ਜਿਹੜੇ ਆ ਉਹ ਇੱਥੇ ਨਜ਼ਰ ਰੱਖ ਰਹੇ ਸੀ, ਪਰ ਬ੍ਰਿਟਿਸ਼ ਜਿਹੜੇ ਦੁਨੀਆ 'ਚ ਸਾਰੇ ਫੈਲੇ, ਇਹਨਾਂ ਦਾ ਤੇ ਫ੍ਰੈਂਚ ਦਾ ਮੈਂ ਅੱਜ ਤੁਹਾਨੂੰ ਇੱਕ ਬੜਾ ਨਵਾਂ ਰੂਪ, ਜੋ ਮੈਂ ਫਸਟ ਹੈਂਡ ਇਨਫੋਰਮੇਸ਼ਨ ਲੈ ਕੇ ਮੈਂ ਜਾਣਿਆ, ਉਹ ਮੈਂ ਸ਼ੇਅਰ ਕਰਨਾ ਚਾਹੂੰਗਾ। ਤੁਸੀਂ ਹੈਰਾਨ ਰਹਿ ਜਾਓਗੇ ਉਸ ਚੀਜ਼ ਨੂੰ ਜਾਣ ਕੇ। ਦੋਨੋਂ ਧਰਮ ਜਿਹੜੇ ਆ, ਫ੍ਰੈਂਚ ਵਾਲੇ ਤੇ ਬ੍ਰਿਟਿਸ਼ ਵਾਲੇ, ਕ੍ਰਿਸਚਨ ਨੇ, ਪਰ ਇਹਨਾਂ ਵਿੱਚ ਆਪਸ ਵਿੱਚ ਬਹੁਤ ਵੱਡਾ ਵੈਰ ਹੈ। ਤੁਹਾਨੂੰ ਪਤਾ ਇਸ ਚੀਜ਼ ਦਾ ਜੀ? ਨਹੀਂ ਪਤਾ ਜੀ, ਬਿਲਕੁਲ ਨਹੀਂ ਪਤਾ। ਹੁਣ ਜੇ ਮੈਂ ਇਸ ਚੀਜ਼ਾਂ ਕੱਲੀਆਂ ਪੜ੍ਹ ਲਿਖ ਕੇ ਕਰਾਂ ਤੇ ਸ਼ਾਇਦ ਮੈਂ ਕਿਤੇ ਗਲਤ ਵੀ ਹੋ ਸਕਦਾ, ਕਿਉਂਕਿ ਅਸੀਂ ਜਦੋਂ ਕਿਤਾਬ ਇੱਕ ਪੜ੍ਹਦੇ ਹਾਂ, ਹੋ ਸਕਦਾ ਕਿਤੇ ਉਹ ਬਾਇਸ ਲਿਖੀ ਹੋਵੇ। ਇਸ ਲਈ ਇੰਟੈਲੀਜੈਂਟ ਲੋਕ ਜਿਹੜੇ ਆ, ਇੱਕ ਵੀ ਕਿਤਾਬ ਨਹੀਂ, ਇੱਕੋ ਹੀ ਟੌਪਿਕ ਤੇ 2 3 4 5 ਅਲੱਗ-ਅਲੱਗ ਸੋਰਸਸ ਲੈ ਕੇ ਉਹਨੂੰ ਫਿਰ ਐਨਾਲਾਈਜ਼ ਕਰਦੇ ਆ, ਫਿਰ ਕੋਈ ਗੱਲ ਮੂੰਹੋਂ ਕੱਢਦੇ ਆ। ਔਰ ਮੈਂ ਤੁਹਾਨੂੰ ਉਹੀ ਚੀਜ਼ ਦੱਸਣ ਜਾ ਰਿਹਾ। ਦੇਖੋ, ਜੋ ਕੈਥੋਲਿਕ ਧਰਮ ਹੈ ਇਹ 2000 ਸਾਲ ਪੁਰਾਣਾ ਹੈ। ਕੈਥੋਲਿਕ ਲੋਕ ਜੋ ਫ੍ਰੈਂਚ ਸਪੀਕਿੰਗ ਲੋਕ ਨੇ, ਇਹਨਾਂ ਦਾ ਧਰਮ ਦੁਨੀਆ 'ਚ ਸਭ ਤੋਂ ਵੱਡਾ ਧਰਮ, ਸਭ ਤੋਂ ਵੱਡਾ ਗਰੁੱਪ ਹੈ। ਫ੍ਰੈਂਚ ਲੋਕ ਹੋ ਗਏ, ਸਪੈਨਿਸ਼ ਹੋ ਗਏ, ਬਹੁਤ ਸਾਰੇ ਇੰਗਲਿਸ਼ ਪੀਪਲ ਵੀ ਨੇ ਜਿਹੜੇ ਕੈਥੋਲਿਕ ਨੇ,
ਤੋ ਇਹਨਾਂ ਦੇ ਵਿੱਚ ਕੀ ਕੀਤਾ ਜਾਂਦਾ ਸੀ ਕਿ ਉਦੋਂ ਐਜੂਕੇਸ਼ਨ ਨਹੀਂ ਸੀ, ਤੇ ਪੋਪ ਨੂੰ ਜੋ ਗੁਰੂ ਮੰਨਦੇ ਨੇ ਇਟਲੀ ਦੇ ਵਿੱਚ, ਉਹ ਜੋ ਪੜ੍ਹ ਕੇ ਬਾਈਬਲ 'ਚੋਂ ਸੁਣਾਉਂਦੇ ਆ ਤੇ ਉਹ ਉਪਦੇਸ਼ ਲੈ ਕੇ ਉਹਨਾਂ ਦੀਆਂ ਗੱਲਾਂ ਤੇ ਸਾਰੇ ਲੋਕ ਅਮਲ ਕਰਦੇ ਨੇ। ਫਿਰ ਇਹਨਾਂ ਨੇ ਐਜੂਕੇਸ਼ਨ ਫੈਲਾਉਣੀ ਸ਼ੁਰੂ ਕੀਤੀ। ਜਿਸ ਪਿੰਡ ਦਾ ਬੰਦਾ ਕੋਈ ਐਜੂਕੇਟ ਹੋ ਗਿਆ ਉਹਨੂੰ ਫਾਦਰ ਬਣਾ ਦੇਣਾ ਜੀ। ਤੋ ਜਿਹੜੇ ਲੋਕ ਹੋਰ ਤਰੱਕੀ ਕਰਦੇ ਗਏ ਐਜੂਕੇਸ਼ਨ ਦੇ ਵਿੱਚ, ਉਹਨਾਂ ਨੂੰ ਫਿਰ ਇਹਨਾਂ ਨੇ ਸੈਂਟ ਦਾ ਦਰਜਾ ਦੇ ਦੇਣਾ, ਸੈਂਟ ਪੌਲ, ਸੈਂਟ ਜੋਸਫ, ਸੈਂਟ ਜੌਨ ਕਰਕੇ, ਠੀਕ ਹੈ ਨਾ, ਵੀ ਇਹ ਤਾਂ ਸੰਤ ਬੰਦਾ ਆ, ਇਸ ਦੇ ਵਿੱਚ ਬਹੁਤ ਅੱਛੇ ਕੰਮ ਕਰ ਰਿਹਾ ਕ੍ਰਿਸਚੈਨਿਟੀ ਦੇ ਵਿੱਚ। ਵਿੱਚ ਲੋਕ ਇਹ ਦੇਖਣ ਲੱਗੇ ਕਿ ਇਨਸਾਨ ਜੋ ਹੈ ਉਸ ਦੀ ਫਿਤਰਤ ਇਹ ਹੈ ਕਿ ਜੇ ਮੇਰੇ ਕੋਲ ਕਹਿੰਦੇ ਕਿ ਪਾਵਰ ਮੇਕਸ ਯੂ ਕਰਪਟ, ਐਂਡ ਇੰਗਲਿਸ਼ 'ਚ ਕਿਹਾ ਜਾਂਦਾ ਕਿ ਐਬਸੋਲਿਊਟ ਪਾਵਰ ਮੇਕਸ ਯੂ ਐਬਸੋਲਿਊਟਲੀ ਕਰਪਟ। ਤੋ ਜਿਸ ਬੰਦੇ ਨੂੰ ਫਿਰ ਪਿੰਡ ਵਿੱਚ ਇਨਸਾਨ ਨੂੰ ਕਿਸੇ ਨੂੰ ਫਾਦਰ ਬਣਾਤਾ, ਉਹਨਾਂ ਦਾ ਦਸਵੰਧ ਦੀ ਵੀ ਤੁਹਾਨੂੰ ਦੱਸਾਂ ਕਿ ਜਿਹੜੀ ਪ੍ਰਥਾ ਆ ਇਹ ਕ੍ਰਿਸਚਨਾਂ 'ਚੋਂ ਨਿਕਲੀ ਹੋਈ ਹੈ। ਓਕੇ। ਦਸਵੰਧ ਦੀ ਇੰਗਲਿਸ਼ ਨਹੀਂ ਬਹੁਤੇ ਲੋਕਾਂ ਨੂੰ ਪਤਾ ਹੋਏਗੀ। ਨਹੀਂ ਪਤਾ, ਮੈਨੂੰ ਨਹੀਂ ਪਤਾ, ਮੈਂ ਕਿਸੇ ਬਾਰੇ ਕੀ ਕਹਾਂ। ਤੋ ਦਸਵੰਧ ਦੀ ਇੰਗਲਿਸ਼ ਹੈ ਟਾਇਥ, TITHE, 10 ਤੋਂ ਟਾਇਥ ਬਣਾਇਆ ਗਿਆ। ਓਕੇ। ਤੋ ਜਿਹੜਾ ਫਾਦਰ ਬਣ ਜਾਂਦਾ ਸੀ, ਉਹ ਇੱਕ ਚਰਚ ਉੱਥੇ ਬਣਾਈ ਜਾਂਦੀ ਸੀ। ਸਾਰੇ ਲੋਕ ਜੋ ਕੁਝ ਪੈਸਾ ਵਗੈਰਾ ਇਕੱਠਾ ਕਰਕੇ ਇੱਕ ਚਰਚ ਬਣਾ ਕੇ ਉਸ ਫਾਦਰ ਨੂੰ, ਪੜ੍ਹੇ ਲਿਖੇ ਨੂੰ, ਹਰ ਹਫਤੇ ਉਹਦਾ ਉਪਦੇਸ਼ ਸੁਣਨ ਜਾਂਦੇ ਸੀ, ਤੇ ਉਹ ਆਪਣਾ 10ਵਾਂ ਹਿੱਸਾ ਆਪਣੇ ਅਨਾਜ ਦਾ ਜਾਂ ਜੋ ਵੀ ਸੀ ਉਹ ਚਰਚ ਨੂੰ ਡੋਨੇਟ ਕਰਦੇ ਸੀ। ਓਕੇ। ਤੇ ਬੰਦੇ ਕੋਲ ਤਾਂ ਫਿਰ ਐਬਸੋਲੂਟ ਪਾਵਰ ਆ ਗਈ, ਤੇ ਉਹ ਬੰਦੇ ਜਿਹਦੇ ਕੋਲ ਆ ਗਈ ਉਹ ਮਿਸਯੂਜ਼ ਵੀ ਕਰਦਾ। ਮੇਰੇ ਅੰਦਰ ਸਾਰੇ ਤਰ੍ਹਾਂ ਦੇ ਵਿਕਾਰ ਹੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਝੂਠ, ਬੇਈਮਾਨੀ। ਤਾਂ ਮੈਂ ਇਨਸਾਨ ਜਿਹੜਾ ਕਦੀ ਵੀ ਮੈਂ ਪਵਿੱਤਰ ਨਹੀਂ ਹੋ ਸਕਦਾ, ਮੈਂ ਕਦੀ ਵੀ ਸ਼ੁੱਧ ਨਹੀਂ ਰਹਿ ਸਕਦਾ ਜੀ। ਬਿਲਕੁਲ ਸਹੀ ਗੱਲ ਹੈ। ਡੋਲ ਜਾਂਦੇ ਹਾਂ ਅਸੀਂ, ਇਹ ਇਨਸਾਨ ਦੀ ਕਮਜ਼ੋਰੀ ਹੈ। ਕਈ ਲੋਕ ਇਹ 'ਚ ਉੱਠੇ, ਉਹ ਪੜ੍ਹਨ ਲਿਖਣ ਲੱਗ ਪਏ, ਤੇ ਉਹਨਾਂ ਨੇ ਇਸ ਚੀਜ਼ ਤੇ ਇਤਰਾਜ਼ ਕੀਤਾ ਕਿ ਤੁਸੀਂ ਬਾਈਬਲ ਗਲਤ ਪੜ੍ਹਾ ਰਹੇ ਹੋ। ਲੋ ਕਹਿੰਦੇ ਬਾਈਬਲ ਵਿੱਚ ਤਾਂ ਲਿਖਿਆ ਹੋਇਆ ਕਿ ਕਿਸੇ ਵੀ ਇਨਸਾਨ ਨੂੰ ਅਸੀਂ ਪਵਿੱਤਰ ਨਹੀਂ ਮੰਨ ਸਕਦੇ। ਜੀਸਸ ਦਾ ਉਪਦੇਸ਼ ਇਹ ਹੈ ਕਿ ਮੈਂ ਹੀ ਪਰਮੇਸ਼ਵਰ ਦਾ ਪੁੱਤਰ ਹਾਂ, ਤੇ ਮੈਂ ਹੀ ਉਹ ਪਰਮੇਸ਼ਵਰ ਦਾ ਰੂਪ ਬਣ ਕੇ ਆਇਆ, ਤੇ ਤੁਹਾਡੇ ਕਾਰਨ ਮੈਂ ਸੂਲੀ ਤੇ ਚੜ੍ਹਿਆ, ਤੇ ਤੁਸੀਂ ਸਿਰਫ ਮੇਰਾ ਨਾਮ ਲੈਣਾ ਹੈ ਤੇ ਮੇਰਾ ਨਾਮ ਫੈਲਾਉਣਾ ਹੈ, ਤੇ ਤੁਸੀਂ ਹਰ ਬੰਦੇ ਨੂੰ ਹੀ ਫਾਦਰ ਤੇ ਸੈਂਟ ਬਣਾਈ ਜਾਂਦੇ ਹੋ। ਸਭ ਤੋਂ ਪਹਿਲਾਂ ਇਹਨਾਂ 'ਚ ਉੱਠਣ ਵਾਲੇ ਸੀਗੇ ਮਾਰਟਿਨ ਲੂਥਰ। ਇਹ ਸਿਟੀਜ਼ਨਸ਼ਿਪ 'ਚ ਨਹੀਂ ਆਏਗਾ, ਲੇਕਿਨ ਜਨਰਲ ਨੌਲੇਜ ਦੀ ਆਪਾਂ ਗੱਲ ਕਰ ਰਹੇ ਹਾਂ। 1574 ਦੇ ਵਿੱਚ, ਯਾਨੀ 16ਵੀਂ ਸਦੀ ਦੇ ਵਿੱਚ, ਮਾਰਟਿਨ ਲੂਥਰ ਨੇ ਪੂਰੀ ਬਗਾਵਤ ਕਰ ਦਿੱਤੀ ਜੀ। ਉਸ ਨੂੰ ਇਹਨਾਂ ਨੇ ਪੰਥ ਵਿੱਚੋਂ ਛੇਕ ਦਿੱਤਾ। ਆਪਾਂ ਪੰਜਾਬੀ ਕਹਿੰਦੇ ਵੀ ਉਹਨੂੰ ਪੰਥ ਚੋਂ ਛੇਕਤਾ। ਤਾਂ ਪੰਥ ਚੋਂ ਛੇਕਣ ਦੀ ਇੰਗਲਿਸ਼ ਕੀ ਹੈ? ਉਹਨੂੰ ਐਕਸਕਮਿਊਨੀਕੇਟ ਕਰ ਦੇਣਾ। ਕਮਿਊਨੀਕੇਸ਼ਨ ਹੁੰਦੀ ਗੱਲਬਾਤ, ਉਹਦੇ ਨਾਲ ਗੱਲਬਾਤ ਬੰਦ ਕਰ ਦੇਣੀ ਵੀ ਇਹਦੇ ਨਾਲ ਕੋਈ ਨਹੀਂ ਵਰਤੇਗਾ, ਕੋਈ ਨਹੀਂ ਇਹਦੇ ਨਾਲ ਕੋਈ ਰਿਸ਼ਤਾ ਰੱਖੇਗਾ, ਲੈਣ ਦੇਣ ਨਹੀਂ ਰੱਖੇਗਾ। ਤਾਂ ਉਹਨੂੰ ਐਕਸਕਮਿਊਨੀਕੇਟ ਕਰਤਾ ਗਿਆ। ਜਿਹੜੇ ਬੰਦੇ ਹੁਣ ਉਹਦੇ ਨਾਲ ਜੁੜਨ ਵਾਲੇ ਸੀ ਉਹ ਜੁੜ ਗਏ। ਉਧਰੋਂ ਇੰਗਲੈਂਡ ਦੀ ਰਾਇਲ ਫੈਮਿਲੀ ਨੇ ਜਦੋਂ ਇਹ ਪੜ੍ਹਿਆ, ਉਹ ਕਹਿੰਦੇ ਯਾਰ ਕੋਈ ਤਾਂ ਚੀਜ਼ ਹੈਗੀ ਆ, ਔਰ ਉਹ ਪੜ੍ਹ ਕੇ ਉਹ ਕਨਵਿੰਸ ਹੋਏ, ਔਰ ਉਹ ਮਾਰਟਿਨ ਲੂਥਰ ਦੇ ਨਾਲ ਜੁੜ ਗਏ। ਹੁਣ ਕੈਥੋਲਿਕ ਦੇ ਅਗੇਂਸਟ ਚੱਲਣ ਵਾਲੇ, ਜਿਵੇਂ ਆਪਾਂ ਦੇਖਿਆ ਕਿਸਾਨ ਅੰਦੋਲਨ ਹੋਇਆ ਇੰਡੀਆ 'ਚ, ਕਿਸਾਨ ਉੱਥੋਂ ਜਾ ਕੇ ਕੀ ਕਰ ਰਹੇ ਸੀ? ਪ੍ਰੋਟੈਸਟ ਕਰ ਰਹੇ ਸੀ। ਇਸੇ ਤਰ੍ਹਾਂ ਹੀ ਇਹ ਪ੍ਰੋਟੈਸਟ ਕਰਨ ਵਾਲੇ ਪ੍ਰੋਟੈਸਟੈਂਟ ਬਣ ਗਏ। ਅੱਛਾ, ਠੀਕ ਹੈ, ਇਹ ਰਿਐਲਿਟੀ ਹੈ, ਪ੍ਰੋਟੈਸਟੈਂਟ ਬਣ ਗਏ। ਮੈਂ ਕਿਉਂ ਦੱਸ ਰਿਹਾ ਕਿ ਮੈਨੂੰ ਵੀ ਇੱਥੇ ਕ੍ਰਿਸਚਨ ਬਣਾਉਣ ਵਾਸਤੇ ਲੋਕ ਲੈ ਗਏ ਆਪਣੀ ਚਰਚ ਦੇ ਵਿੱਚ। ਮੈਂ ਉੱਥੇ ਗਿਆ, ਮੈਂ ਉੱਥੋਂ ਕਿਉਂ ਵਾਪਸ ਆਇਆ ਕਿ ਜਿਹੜੀ ਚੀਜ਼ ਮੈਨੂੰ ਨਹੀਂ ਅੱਛੀ ਲੱਗੀ ਕਿ ਸਾਡੀ ਗੁਰੂ ਨਾਲ, ਮੈਂ ਹਮੇਸ਼ਾ ਓਪਨ ਆ, ਕੁਛ ਨਾ ਕੁਛ ਨਵੀਂ ਚੀਜ਼ ਸਿੱਖਾਂ। ਪਰ ਜਦੋਂ ਇਹ ਕਿਹਾ ਜਾਂਦਾ ਕਿ ਤੁਸੀਂ ਜੇ ਕ੍ਰਿਸਚਨ ਬਣ ਗਏ ਆ ਅੱਜ ਤੋਂ, ਤੇ ਤੁਸੀਂ ਹੁਣ ਨਾ ਗੁਰਦੁਆਰੇ ਜਾਣਾ ਮੱਥਾ ਟੇਕਣਾ, ਨਾ ਕਿਸੇ ਮੰਦਿਰ ਜਾਣਾ, ਨਾ ਕਿਸੇ ਹੋਰ ਜਗ੍ਹਾ ਜਾ ਕੇ ਪ੍ਰਸ਼ਾਦ ਲੈਣਾ, ਮੈਂ ਕਿਹਾ ਥੋੜ੍ਹਾ ਜਿਹਾ ਮੈਂ ਫਲਸਫਾ ਇਸ ਤੋਂ ਅਲੱਗ ਆ। ਮੈਂ ਸਾਰੀ ਇਨਸਾਨੀਅਤ ਲਈ ਕੰਮ ਕਰ ਰਿਹਾ। ਮੈਨੂੰ ਗੁਰੂ ਨਾਨਕ ਨੇ ਇਹ ਸਿਖਾਇਆ ਕਿ ਹਰ ਧਰਮ ਦੀ ਰਿਸਪੈਕਟ ਕਰਨੀ ਹੈ। ਬਿਲਕੁਲ, ਆਮ ਸੌਰੀ ਕਿ ਮੇਰੀ ਨੌਲੇਜ ਸ਼ੈਲੋ ਆ, ਪਰ ਮੈਂ ਇਸ ਫਲਸਫੇ ਤੇ ਖਰਾ ਨਹੀਂ ਉਤਰਾਂਗਾ। ਤਾਂ ਇਸ ਲਈ ਮੈਂ ਨੌਲੇਜ ਤੁਹਾਨੂੰ ਇਹ ਸਾਰਿਆਂ ਨੂੰ ਫਸਟ ਹੈਂਡ ਮੈਂ ਦੇ ਰਿਹਾ ਹਾਂ ਕਿ ਸਾਨੂੰ ਇਨਸਾਨੀਅਤ ਦਾ, ਮਾਨਵਤਾ ਦਾ ਸਾਰਾ ਸੰਦੇਸ਼ ਹੈ। ਬਿਲਕੁਲ। ਚਲੋ ਕੋਈ ਜੋ ਧਰਮ ਵੀ ਮੰਨ ਰਿਹਾ, ਆਪਾਂ ਉਸ ਤੇ ਗੱਲ ਨਹੀਂ ਬਹੁਤੀ ਕਰਾਂਗੇ, ਲੇਕਿਨ ਇਹ ਜਾਣਾਂਗੇ ਕਿ ਜੋ ਹਿਸਟਰੀ ਵਿੱਚ ਹੈ। ਹੁਣ ਇਹ ਦੋਨਾਂ ਦਾ ਇਹ ਮਕਸਦ ਬਣ ਗਿਆ ਕਿ ਆਪਣੇ ਆਪਣੇ ਧਰਮ ਨੂੰ ਫੈਲਾਓ। ਕੈਥੋਲਿਕ ਆਪਣੇ ਤਰੀਕੇ ਨਾਲ ਧਰਮ ਫੈਲਾ ਰਹੇ ਸੀ, ਪ੍ਰੋਟੈਸਟੈਂਟ ਜਿਹੜੇ ਆ ਉਹਨਾਂ ਦੇ ਖਿਲਾਫ ਚੱਲ ਰਹੇ ਸੀ। ਪ੍ਰੋਟੈਸਟੈਂਟ ਲੋਕ ਜਿਹੜੇ ਆ ਜ਼ਿਆਦਾ ਕੱਟਰ ਆ, ਉਹ ਕਹਿੰਦੇ ਕਿ ਤੁਸੀਂ ਜਿੰਨੇ ਵੀ ਸੰਤ ਬਣਾ ਰਹੇ ਆ, ਤੁਸੀਂ ਕਿਸੇ ਨੂੰ ਫਾਦਰ ਦਾ ਦਰਜਾ ਦੇ ਰਹੇ ਆ, ਇਹ ਗਲਤ ਹੈ, ਕਿਉਂਕਿ ਮੂਰਤੀ ਪੂਜਾ ਕਰਨੀ, ਜਿਵੇਂ ਜੀਸਸ ਦੀ ਮੂਰਤੀ ਬਣੀ ਹੋਈ ਹੈ। ਪ੍ਰੋਟੈਸਟੈਂਟ ਜਿਹੜੇ ਰੂਲ ਕਰ ਰਹੇ ਆ ਕੈਨੇਡਾ ਵਿੱਚ, ਜਾਂ ਕੁਈਨ ਦਾ ਜਾਂ ਕਿੰਗ ਦਾ ਇਸ ਵੇਲੇ ਫੈਮਿਲੀ ਹੈ, ਉਹ ਸਾਰੇ ਮੂਰਤੀ ਪੂਜਾ ਦੇ ਖਿਲਾਫ ਆ। ਉਹ ਕਹਿੰਦੇ ਸਿਰਫ ਤੁਸੀਂ ਇੱਦਾਂ ਉਹ ਜੀਸਸ ਕਰਕੇ ਤੁਸੀਂ ਕਰਨਾ ਵੀ ਜੀਸਸ ਮੇਰੇ ਕਾਰਨ ਕ੍ਰੂਸੀਫਾਈ ਹੋਏ ਸੀ, ਮੇਰੇ ਪਾਪਾਂ ਦਾ ਭਾਰ ਉਹਨਾਂ ਨੇ ਆਪਣੇ ਸਿਰ ਲੈ ਲਿਆ ਤੇ ਮੈਨੂੰ ਮੁਕਤੀ ਮਿਲੀ ਹੈ। ਇਹ ਉਹਨਾਂ ਦੇ ਧਰਮ ਦਾ ਫਲਸਫਾ ਹੈ। ਇਹ ਹੁਣ ਦੋਨੋਂ ਲੋਕ ਜਿਵੇਂ ਦੱਸਿਆ ਕਿ ਇੱਥੇ ਫ੍ਰੈਂਚ ਆ ਗਏ, ਉਹਨਾਂ ਨੇ ਆਪਣਾ ਪੈੜ ਪਾ ਲਈ। ਬਿਲਕੁਲ। ਹੁਣ ਜਿਹੜਾ
ਪ੍ਰੋਟੈਸਟੈਂਟ ਦਾ ਧਰਮ ਹੈ ਉਹ ਸਾਰਾ 450 ਸਾਲ ਪੁਰਾਣਾ, ਤੇ ਦੂਸਰਾ 2000 ਸਾਲ ਪੁਰਾਣਾ। 2000 ਸਾਲ ਪੁਰਾਣਾ ਜਿਹੜਾ ਧਰਮ ਹੈ ਉਹ ਆਬਵੀਅਸਲੀ ਬਹੁਤ ਵੱਡਾ ਗਰੁੱਪ ਹੈ। ਤੋ ਇਹ ਕ੍ਰਿਸਚਨ ਲੋਕ ਜਿਹੜੇ ਪ੍ਰੋਟੈਸਟੈਂਟ ਆ, ਇਹਨਾਂ ਦਾ ਗਰੁੱਪ ਛੋਟਾ ਸੀ, ਪਰ ਇਹ ਬੜੇ ਕੱਟੜ ਤੇ ਬਹੁਤ ਵਿਸ਼ਵਾਸ ਰੱਖਣ ਵਾਲੇ ਸੀਗੇ ਜੀ। ਇਹਨਾਂ ਨੇ ਨਾਲ ਨਾਲ ਐਜੂਕੇਸ਼ਨ ਆਪਣੀ ਬਹੁਤ ਵਧਾਈ। ਇਹ ਦੁਨੀਆ 'ਚ ਕਿਉਂ ਤਰੱਕੀ ਕਰ ਗਏ? ਕਿਉਂਕਿ ਇਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਸਟੀਮ ਇੰਜਨ ਲੱਭ ਲਿਆ, ਜਿਹਦੇ ਨਾਲ ਸ਼ਿਪ ਇਹਨਾਂ ਦੇ ਤੇਜ਼ੀ ਨਾਲ ਜਾਣ ਲੱਗ ਪਏ, ਔਰ ਦੂਰ ਦੂਰ ਤੱਕ ਜਾ ਕੇ ਇਹਨਾਂ ਨੇ ਕੰਟਰੀਆਂ ਤੇ ਰਾਜ ਕਰ ਲਿਆ। ਅੱਛਾ ਜੀ। ਇਹਨਾਂ ਦੇ ਦੇਖਾ ਦੇਖੀ ਫਿਰ ਇਨਵੈਂਸ਼ਨ ਦੀ ਨਕਲ ਹੋਈ ਤੇ ਬਾਕੀ ਕੰਟਰੀਆਂ ਨੇ ਉਹ ਸਟੀਮ ਇੰਜਨ ਬਣਾਏ। ਠੀਕ ਹੈ। ਆਹ ਰੀਜ਼ਨ ਸੀਗਾ ਕਿ ਇੰਗਲੈਂਡ ਕਿਉਂ ਇੰਨੀ ਦੂਰ ਤੱਕ ਪਹੁੰਚਿਆ। ਇੰਗਲੈਂਡ ਨੇ ਵੀ ਆਪਣਾ ਧਰਮ ਫੈਲਾਉਣਾ ਸੀਗਾ, ਪ੍ਰੋਟੈਸਟੈਂਟ ਲੋਕਾਂ ਨੇ ਜੋ ਰੂਲ ਕਰ ਰਹੇ ਆ ਇਸ ਵੇਲੇ। ਇਹ ਜਦੋਂ ਤੱਕ ਇੱਥੇ ਲੜਾਈ ਚੱਲ ਰਹੀ ਸੀ, ਆਪਣਾ ਇੱਕ ਵੀ ਬੰਦਾ ਕਹਿੰਦੇ ਅਸੀਂ ਜੀਸਸ ਦਾ ਉਹ ਮਰਨ ਨਹੀਂ ਦੇਣਾ ਜੀ। ਔਰ ਜਿਸ ਬੰਦੇ ਦਾ ਵੀ ਕਿਤੇ ਕਤਲ ਹੋਇਆ, ਕਿਸੇ ਨੇ ਮਾਰਿਆ, ਉਸ ਨੂੰ ਉਹਨਾਂ ਨੇ ਸੂਲੀ ਜ਼ਰੂਰ ਚੜਾਇਆ ਜੀ, ਉਹਨੂੰ ਫਾਂਸੀ ਦਿੱਤੀ ਹੈ। ਇਹ ਜਦੋਂ ਇੱਥੇ ਸ਼ਾਂਤੀ ਹੋ ਗਈ 1701 ਵਿੱਚ ਜੀ, ਹੁਣ ਇਹਨਾਂ ਦੀ ਪਾਲਿਸੀ ਕੀ ਹੋਈ ਕਿ ਅਸੀਂ ਉੱਥੇ ਆ ਕੇ ਕੈਨੇਡਾ ਦੇ ਵਿੱਚ ਜਿੱਥੇ ਪੀਸ ਹੋ ਗਈ ਹੈ, ਉੱਥੇ ਆ ਕੇ ਆਪਣਾ ਜਿਹੜਾ ਰਾਜ ਸੈਟਅਪ ਕਰੀਏ ਤੇ ਪ੍ਰੋਟੈਸਟੈਂਟ ਧਰਮ ਨੂੰ ਫੈਲਾਈਏ। ਜਿਹੜੇ ਫ੍ਰੈਂਚ ਲੋਕ ਸੀ ਇਹ ਅਲਰਟ ਸੀਗੇ ਓਕੇ ਯਾਰ ਇਹ ਹੈ ਤਾਂ ਸਾਡੇ ਦੁਸ਼ਮਣ ਹੈ ਧਰਮ ਵਾਈਜ਼, ਹਾਂਜੀ, ਲੇਕਿਨ ਉਹ ਕਿਉਂਕਿ ਇੰਡੀਆ ਤੇ ਕਬਜ਼ਾ ਕਰ ਚੁੱਕੇ ਸੀ 1700 ਦੇ ਵਿੱਚ ਬਹੁਤ ਸਾਰੇ ਪਾਰਟ ਦੇ ਵਿੱਚ, ਕਾਫੀ ਹਾਂਜੀ, ਅਫਰੀਕਾ ਦੇ ਵਿੱਚ, ਨਿਊਜ਼ੀਲੈਂਡ, ਇਹਨਾਂ ਵਾਲੇ ਪਾਸੇ ਕਬਜ਼ਾ ਕਰ ਲਿਆ ਸੀ ਆਪਣਾ ਕਬਜ਼ਾ। ਤੇ ਆ ਕੇ ਜਦੋਂ ਉਹਨਾਂ ਨੇ ਇਹ ਦੱਸਿਆ ਫ੍ਰੈਂਚ ਨੂੰ ਕਿ ਅਸੀਂ ਤਾਂ ਇੰਡੀਆ ਤੇ ਕਬਜ਼ਾ ਕਰ ਚੁੱਕੇ ਹਾਂ, ਔਰ ਇੰਡੀਆ ਦੇ ਉੱਤੇ ਕਬਜ਼ਾ ਕਰ ਲੈਣਾ ਹਰ ਯੂਰੋਪੀਅਨ ਕੰਟਰੀ ਦਾ ਡ੍ਰੀਮ ਸੀ, ਵੱਡੀ ਗੱਲ ਹੈ, ਐਂਡ ਦੇ ਵਰ ਸਟੰਡ ਐਬਸੋਲੂਟਲੀ। ਉਹ ਕਹਿੰਦੇ ਉੱਥੇ ਸਾਡਾ ਰਾਜ ਹੈ, ਔਰ ਪਤਾ ਲੱਗ ਗਿਆ ਉਹਨਾਂ ਨੂੰ। ਫ੍ਰੈਂਚ ਨੇ ਬੜਾ ਕੌਸ਼ੀਅਸਲੀ ਉਹਨਾਂ ਨਾਲ ਬਿਜ਼ਨਸ ਡੀਲ ਕੀਤੀ, ਔਰ ਬਿਜ਼ਨਸ ਕਰਨ ਦੇ ਤਰੀਕੇ ਦੇ ਨਾਲ ਹੀ ਇਹ ਕਿਸੇ ਦੇ ਨਾਲ ਵੀ ਦੋਸਤੀ ਪਾਉਂਦੇ ਸੀ, ਔਰ ਫਿਰ ਆਪਣੇ ਧਰਮ ਨੂੰ ਫੈਲਾਉਣ ਵਾਸਤੇ ਪਹਿਲਾਂ ਤਾਂ ਇੱਕ ਵਾਰੀ ਉਹਨਾਂ ਨੂੰ ਖਤਮ ਕਰਦੇ ਸੀ, ਫਿਰ ਡੈਮੋਕ੍ਰੈਟਿਕ ਸੈਟਅਪ ਲੈ ਕੇ ਆਉਂਦੇ ਸੀ। ਹੁਣ ਇਹਨਾਂ ਨੇ ਆ ਕੇ ਵਿਚਾਰੇ ਫ੍ਰੈਂਚ ਨੂੰ 100 ਸਾਲ ਜਿਹੜੇ ਕਰੀਬ ਲੜਦੇ ਰਹੇ, 93 ਸਾਲ, ਉਹਨਾਂ ਨੂੰ 54 ਈਅਰ ਯਾਨੀ ਕਿ 50 ਸਾਲ ਦੇ ਕਰੀਬ ਵੀ ਚੰਗੀ ਤਰ੍ਹਾਂ ਰਾਜ ਨਹੀਂ ਕਰਨ ਦਿੱਤਾ। ਉਹਨਾਂ ਦੇ ਨਾਲ ਦੋਸਤੀ ਪਾਈ, ਸਾਰਾ ਭੇਦ ਜਾਣ ਲਿਆ। ਜਦੋਂ ਸੀਕ੍ਰੇਟ ਸਾਰਾ ਪਤਾ ਲੱਗ ਗਿਆ ਵੀ ਕਿੱਥੋਂ ਇਹ ਸਮਾਨ ਚੱਕਦੇ ਆ, ਕਿੱਥੇ ਵੇਚਦੇ ਆ, ਉਸ ਤੋਂ ਬਾਅਦ ਇਹਨਾਂ ਨੇ ਉੱਥੋਂ ਹੁਕਮ ਮੰਗਿਆ ਕਿ ਅਸੀਂ ਹੁਣ ਕੀ ਕਰੀਏ। ਉਹ ਕਹਿੰਦੇ ਲੜਾਈ ਸ਼ੁਰੂ ਕਰ ਦਿਓ। 1755 ਦੇ ਵਿੱਚ ਇਹ 8 ਸਾਲ ਦੀ ਲੜਾਈ ਲੱਗੀ, ਐਂਡ ਇਟ ਇਜ਼ ਕਾਲਡ ਗ੍ਰੇਟ ਅਪਹੀਵਲ, ਮਹਾਨ ਉਥਲ ਪੁਥਲ। ਓਕੇ 8 ਸਾਲ ਦੀ ਇਹ ਲੜਾਈ ਦੇ ਵਿੱਚ ਅਖੀਰ ਇੰਗਲੈਂਡ ਜਿੱਤ ਗਿਆ। 4 ਸਾਲਾਂ ਬਾਅਦ ਇੰਗਲੈਂਡ ਨੇ ਫਰਾਂਸ ਦੇ ਉਹ ਕਿਲੇ ਤੇ ਕਬਜ਼ਾ ਕਰ ਲਿਆ 1759 ਦੇ ਵਿੱਚ, ਅੱਛਾ ਜੀ, 1759 ਵਿੱਚ ਜੀ। ਤੇ 4 ਸਾਲ ਫ੍ਰੈਂਚ ਜਿਹੜੇ ਉੱਥੋਂ ਨਿਕਲ ਕੇ ਭੱਜ ਗਏ, ਉਹ ਹੋਰ ਆਪਣੀ ਫੋਰਸ ਇਕੱਠੀ ਕਰਕੇ ਉਹਨੂੰ ਕਿਲੇ ਨੂੰ ਛੁਡਾਉਣ ਤੇ ਲੱਗੇ ਰਹੇ। ਲੇਕਿਨ ਅਖੀਰ ਫ੍ਰੈਂਚ ਪੂਰੇ ਜਿਹੜੇ ਸੀਗੇ ਉਹਨਾਂ ਨੂੰ ਕੈਪਚਰ ਕਰਕੇ ਜਿਹੜੇ ਹੱਥ ਆਏ ਬ੍ਰਿਟਿਸ਼ ਲੋਕਾਂ ਨੇ ਉਹਨਾਂ ਨੂੰ 70% ਦੇ ਕਰੀਬ ਡਿਪੋਰਟ ਕਰਤਾ, ਵਾਪਸ ਫਰਾਂਸ ਭੇਜਤਾ। ਉੱਥੇ ਇੰਨੀ ਆਬਾਦੀ ਵੱਧ ਗਈ ਸੀ, ਉੱਥੇ ਫ੍ਰੈਂਚ ਰਿਵੋਲੂਸ਼ਨ ਹੋ ਗਿਆ ਸੀ, ਉਦੋਂ ਬਹੁਤ ਗਰੀਬੀ ਆ ਗਈ ਸੀ ਉਸ ਵੇਲੇ ਜੀ। ਖੈਰ ਆਪਣਾ ਉਹ ਸਿਲੇਬਸ ਦੇ ਵਿੱਚ ਨਹੀਂ ਹੈ, ਪਰ ਆਪਾਂ ਨੂੰ ਪਤਾ ਹੋਏ। ਤੇ ਬ੍ਰਿਟਿਸ਼ ਜਿਹੜਾ ਇਹਨਾਂ ਦਾ ਇੱਥੇ ਫਰਾਂਸ ਵਾਲਿਆਂ ਦਾ ਨਿਊ ਰਾਇਲ ਫਰਾਂਸ ਇਹ ਵੱਜਦਾ ਸੀ, ਪੂਰਾ ਨਾਮ ਸੀ, ਉਹਦਾ ਨਾਮ ਬਦਲ ਕੇ ਹੁਣ ਬ੍ਰਿਟਿਸ਼ ਨਾਰਥ ਅਮਰੀਕਾ ਕਰਤਾ ਇਹਨਾਂ ਨੇ 1763 ਦੇ ਵਿੱਚ, 1763 ਦੇ ਵਿੱਚ, ਠੀਕ ਹੈ ਜੀ। ਹੁਣ ਇੰਗਲੈਂਡ ਦਾ ਇੱਥੇ ਭਰਪੂਰ ਰਾਜ ਆਪਣਾ ਹੋ ਗਿਆ। ਦੇਖੋ ਜੀ, ਸਾਨੂੰ ਨੌਲੇਜ ਨਹੀਂ ਹੋਵੇ ਤੇ ਅਸੀਂ ਕਿੱਦਾਂ ਅੱਗੇ ਵੱਧ ਸਕਦੇ ਹਾਂ। ਤੁਹਾਡੇ ਮੇਰੇ ਵਰਗੇ ਬੰਦੇ ਨੂੰ ਮੈਂ ਸਹੀ ਆਪਣੀ ਵੀ ਗੱਲ ਕਰਦਾ, ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਇੱਥੋਂ 2-3 ਲੋਟਾਂ ਛੱਡ ਕੇ ਜਾਂ ਪਿਛਲੇ ਪਾਸੇ ਇੱਥੇ ਲੋਟਾਂ ਜਿਹੜੀਆਂ ਗਾਂ ਜ਼ੋਨਿੰਗ ਹੋਣ ਵਾਲੀ ਹੈ, ਇਹ ਲੋਟ ਜਿਹੜੀ ਅੱਜ ਅਸੀਂ ਮੰਨ ਲਓ 2 ਲੱਖ ਦੀ 5 ਲੱਖ ਦੀ ਲੈ ਲਈਏ, ਇਹ ਮਿਲੀਅਨ ਦੀ ਹੋ ਜਾਣੀ ਹੈ। ਸਾਨੂੰ ਤਾਂ ਇਹ ਨਹੀਂ ਪਤਾ ਹੁੰਦਾ, ਬਟ ਇਹਨਾਂ ਲੋਕਾਂ ਨੂੰ ਕਿੰਨੀ ਨੌਲੇਜ ਸੀ। ਬ੍ਰਿਟਿਸ਼ ਨੂੰ ਇਹ ਪਤਾ ਸੀ ਕਿ ਜਿਹੜੇ ਨਾਲ ਦੇ ਓਨਟਾਰੀਓ ਦੇ ਸਾਊਥ ਵਿੱਚ ਸਪੈਨਿਸ਼ ਕਲੋਨੀਆਂ ਸੀ, ਕੋਲੰਬਸ ਦੇ ਟਾਈਮ ਦੀਆਂ ਵਸੀਆਂ ਹੋਈਆਂ 13 ਕਲੋਨੀਆਂ ਸੀ ਉਹ ਸਪੇਨ ਵਾਲਿਆਂ ਦੀਆਂ, ਉਹ ਵੀ ਕੈਥੋਲਿਕ ਧਰਮ ਦੇ ਸੀਗੇ। ਉਹਨਾਂ ਨੂੰ ਅੱਗੇ ਕੈਪਚਰ ਕਰੀਏ, ਜੇ ਨੌਲੇਜ ਨਾ ਹੋਏ ਤੇ ਕਿਵੇਂ ਆਪਾਂ ਕਰ ਸਕਦੇ ਹਾਂ। ਮੈਂ ਆਪਣੇ ਸੈਗਮੈਂਟ ਨੂੰ ਅੱਜ ਇੱਥੇ ਹੀ ਕਨਕਲੂਡ ਕਰਨਾ ਚਾਹੂੰਗਾ ਕਿ ਬਹੁਤ ਸਾਰੀ ਨੌਲੇਜ ਆਪਣੀ ਹੋ ਗਈ ਹੈ, ਯਾਨੀ ਕਿ ਜੇ ਸਾਨੂੰ ਆਪਣੀ ਐਜੂਕੇਸ਼ਨ ਦੇ ਨਾਲ ਅਸੀਂ ਗਾਂ ਨਹੀਂ ਵੱਧਦੇ। ਧਰਮ ਦਾ ਵਿਸ਼ਵਾਸ ਤੁਹਾਡਾ ਹਰ ਇੱਕ ਦਾ ਨਿੱਜੀ ਹੈ। ਬਿਲੀਵ ਕਰਿਓ, ਅੱਜ ਕੈਨੇਡਾ ਦੇ ਵਿੱਚ ਵੀ ਆਲਮੋਸਟ ਮੋਰ ਦੈਨ 40% ਲੋਕ ਹੋ ਚੱਲੇ ਆ ਜਿਹੜੇ ਇਹ ਐਜੂਕੇਟ ਹੋ ਕੇ ਰਿਅਲਾਈਜ਼ ਕਰ ਰਹੇ ਆ ਕਿ ਧਰਮ ਜਿਹੜਾ ਆ ਸਾਨੂੰ ਪੀਸ ਦੇਣ ਦੀ ਬਜਾਏ, ਧਰਮ ਨਹੀਂ ਬਲਕਿ ਫੈਨੇਟਿਕਸ ਹੋਣਾ, ਫੈਨੇਟਿਸਿਜ਼ਮ ਜਿਹੜਾ ਹੈ, ਕੱਟੜਤਾ ਜਿਹੜੀ ਹੈ, ਉਹ ਦੁਨੀਆ ਵਿੱਚ ਪੀਸ ਨਹੀਂ ਲੈ ਕੇ ਆ ਰਹੀ, ਉਹ ਦੁਨੀਆ ਦੀ ਸ਼ਾਂਤੀ ਭੰਗ ਕਰ ਰਹੀ ਹੈ ਜੀ। ਉਹ ਇਨਸਾਨ ਦੀ ਤਰੱਕੀ ਵਿੱਚ ਰੋੜਾ ਬਣ ਰਹੀ ਹੈ। ਉਹ ਜਿਹੜੇ ਆ ਧਰਮਾਂ ਤੋਂ ਸਾਰਿਆਂ ਤੋਂ ਪਰੇ ਹੋ ਗਏ ਆ। ਉਹ ਕਹਿੰਦੇ ਜਾਂ ਤੇ ਅਸੀਂ ਕਿਸੇ ਵੀ ਧਰਮ ਨੂੰ ਨਹੀਂ ਮੰਨ ਰਹੇ ਤੇ ਜਾਂ ਅਸੀਂ ਹਰ ਧਰਮ ਦੀ ਰਿਸਪੈਕਟ ਕਰਦੇ ਹਾਂ। ਅਸੀਂ ਚਰਚ ਵਿੱਚ ਵੀ ਜਾਣਾ, ਅਸੀਂ ਗੁਰਦੁਆਰੇ ਵੀ ਜਾਣਾ, ਅਸੀਂ ਮਸਜਿਦ ਵਿੱਚ ਵੀ ਜਾਣਾ, ਅਸੀਂ ਹਰ ਧਰਮ 'ਚ ਪਾਰਟਿਸਿਪੇਟ ਕਰਨਾ। ਜਿੰਨੇ ਦੁਨੀਆ ਦੇ ਬੈਸਟ ਹੈਪੀ ਕੰਟਰੀ ਜਿਹੜੇ ਟੌਪ ਦੇ ਆ, ਨਾਰਵੇ,
ਸਵੀਡਨ, ਫਿਨਲੈਂਡ, ਇਹ ਸਕੈਂਡੀਨੇਵੀਅਨ ਕੰਟਰੀ ਹੈ, ਉੱਥੇ ਦੇ ਲੋਕ ਧਰਮ ਦੇ ਉੱਤੇ ਕੋਈ ਬਹੁਤੀ ਗੱਲ ਹੀ ਨਹੀਂ ਕਿਸੇ ਨਾਲ ਕਰਦੇ ਔਰ ਪੀਸਫੁਲ ਲਾਈਫ ਬਿਤਾ ਰਹੇ ਆ ਜੀ। ਤੋ ਇਹਨਾਂ ਗੱਲਾਂ ਲਈ ਆਪਣਾ ਅਲਟੀਮੇਟ ਗੋਲ ਕੀ ਹੋਣਾ ਚਾਹੀਦਾ ਕਿ ਪੀਸ ਹੋਵੇ ਜੀ। ਧਰਮ ਵਿੱਚ ਨੇਚਰ ਨੇ ਜਿੱਥੇ ਸਾਨੂੰ ਪੈਦਾ ਕਰਤਾ ਅਸੀਂ ਉਹਦੇ ਵਿੱਚ ਰਹੀਏ, ਸ਼ਾਂਤੀ ਬਰਕਰਾਰ ਹਰ ਇੱਕ ਦਾ ਰੱਖੀਏ। ਨਿੱਜੀ ਮਾਮਲਾ ਹੈ, ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਜੀ। ਅਸੀਂ ਰਿਐਲਿਟੀ ਜਾਣਨੀ ਹੈ, ਆਪਣੇ ਸਿਟੀਜ਼ਨਸ਼ਿਪ ਦੇ ਜਿੰਨੀ ਕੁ ਨੌਲੇਜ ਲਈ ਚੀਜ਼ ਚਾਹੀਦੀ ਹੈ ਉਹ ਜਾਣ ਲਓ, ਸਾਨੂੰ ਕਨਸੈਪਟ ਪਤਾ ਹੋਏ। ਅਗਰ ਅਸੀਂ ਨੌਲੇਜ ਅਵੇਅਰ ਰਵਾਂਗੇ, ਆਪਣੀ ਪੜ੍ਹਾਈ ਅੱਗੇ ਕਰਾਂਗੇ, ਜਿੱਦਾਂ ਸਟੀਮ ਇੰਜਨ ਦੀ ਇਨਵੈਂਸ਼ਨ ਕੀਤੀ, ਅੱਜ ਦੀ ਲੋੜ ਕੀ ਹੈ, ਨੈਸੈਸਿਟੀ ਇਜ਼ ਦਾ ਮਦਰ ਆਫ ਇਨਵੈਂਸ਼ਨ, ਤੇ ਜੇ ਉਹ ਲੋੜਾਂ ਅੱਜ ਦੀਆਂ ਇਨਵੈਂਸ਼ਨ ਅਸੀਂ ਹੋਰ ਮਿਲ ਕੇ ਕਰੀਏ, ਅਸੀਂ ਖੁਦ ਵੀ ਲਾਈਫ ਵਧੀਆ ਬਿਤਾਵਾਂਗੇ ਤੇ ਇਸ ਦੇ ਨਾਲ ਅਸੀਂ ਆਪਣੇ ਆਉਣ ਵਾਲੀਆਂ ਜਨਰੇਸ਼ਨ ਨੂੰ ਵੀ ਵਧੀਆ ਬਣਾ ਕੇ ਜਾਵਾਂਗੇ ਜੀ। ਸੋ ਨੈਸੈਸਿਟੀ ਤੋਂ ਮੈਨੂੰ ਇੱਕ ਚੇਤਾ ਹੈ ਪ੍ਰੋਫੈਸਰ ਸਾਹਿਬ ਕਿ ਸਾਡੇ ਇੱਥੇ ਕਈ ਇਮੀਗ੍ਰੈਂਟਸ ਨੇ ਜੀ ਜਿਹੜੇ ਕਿ ਬਾਹਰੋਂ ਆਏ ਹੈ ਤੇ ਉਹਨਾਂ ਨੂੰ ਹੁਣ ਕੈਨੇਡੀਅਨ ਸਿਟੀਜ਼ਨਸ਼ਿਪ ਜਾਂ ਲੈਂਗੁਏਜ ਬੈਰੀਅਰਸ ਹੈਗੇ ਜੀ। ਸੋ ਤੁਸੀਂ ਆਪਣੇ ਨਵੇਕਰਲੇ ਅੰਦਾਜ਼ ਦੇ ਵਿੱਚ ਦੱਸ ਦਿਓ ਕਿ ਤੁਹਾਡੇ ਨਾਲ ਕਿੱਦਾਂ ਸੰਪਰਕ ਕੀਤਾ ਜਾਵੇ ਤਾਂ ਕਿ ਉਹ ਇਹ ਜਿਹੜੇ ਬਾਰਡਰਸ ਨੇ ਜਾਂ ਜਿਹੜੇ ਵੀ ਹਰਡਲਸ ਨੇ ਉਹ ਕਲੀਅਰ ਕਰ ਸਕੀਏ। ਦੇਖੋ ਜੀ, ਅੰਗਰੇਜ਼ੀ ਅਸੀਂ ਸਿਖਾਉਣ ਦਾ ਬਹੁਤ ਹੀ ਇੰਟਰਸਟਿੰਗ ਤਰੀਕਾ ਲੱਭਿਆ ਹੋਇਆ। ਮੈਂ ਫਿਰ ਇਹੋ ਹੀ ਕਹਿੰਦਾ, ਵੈਸੇ ਹੰਕਾਰ ਨਾ ਰੱਬ ਕਰਵਾਏ, ਇੰਗਲਿਸ਼ ਨੂੰ ਇੰਨਾ ਈਜ਼ੀ ਬਣਾ ਦੇਣਾ ਕਿ ਅੰਗਰੇਜ਼ੀ ਜਿਹੜੇ ਲੱਗੇ ਸਾਨੂੰ ਕਿ ਸਾਡਾ ਲੋਕ ਅੱਜ ਤੱਕ ਮਤਲਬ ਕਿ ਜੇ ਕਿਸੇ ਦੀ 30 35 40 ਸਾਲ 50 ਸਾਲ ਉਮਰ ਹੋ ਗਈ ਉਹ ਕਹਿੰਦੇ ਯਾਰ ਅਸੀਂ ਨਲਾਇਕ ਹਾਂ, ਪਤਾ ਨਹੀਂ ਕਿੱਦਾਂ ਅੰਗਰੇਜ਼ੀ ਸਿੱਖ ਗਏ। ਅਸੀਂ ਉਹਨਾਂ ਨੂੰ ਇਹ ਰਿਅਲਾਈਜ਼ ਕਰਵਾ ਦਿੱਤਾ ਕਿ ਤੁਹਾਡੇ ਅੰਦਰ ਕੋਈ ਕਮੀ ਨਹੀਂ ਸੀ, ਬਲਕਿ ਇਹ ਕਮੀ ਰਹਿ ਗਈ ਸੀ ਕਿਤੇ ਨਾ ਕਿਤੇ ਸਾਡੇ ਟੀਚਰਸ ਦੇ ਵਿੱਚ ਤੇ ਜਾਂ ਬੋਰਡ ਦੀਆਂ ਬੁੱਕਸ ਜਿਹੜੀਆਂ ਨੇ ਉਹਨਾਂ ਨੇ ਇਹਨੂੰ ਈਜ਼ੀ ਨਹੀਂ ਬਣਾਇਆ। ਸਾਡਾ ਇੱਥੇ GTP ਮਾਰਵਲਸ ਕਾਲਜ ਹੈ ਯਾਰਕ ਸੈਂਟਰ ਦੇ ਵਿੱਚ, ਹੁਣ ਸਾਡਾ ਆਨਲਾਈਨ ਕੋਰਸ ਸ਼ੁਰੂ ਹੋ ਚੁੱਕੇ ਨੇ। englishisveryeasy.com ਤੇ ਜਾ ਕੇ ਲੋਕ ਦੇਖ ਸਕਦੇ ਆ, ਜਾਂ ਮੇਰਾ ਫੋਨ ਨੰਬਰ ਹੈ 6047253340। ਮੈਂ ਜਦੋਂ ਇੱਥੇ ਸ਼ੁਰੂ ਕੀਤਾ ਸੀ ਨਾ ਅੰਗਰੇਜ਼ੀ ਦਾ ਕੰਮ ਪ੍ਰਾਈਵੇਟ ਪੜ੍ਹਾਉਣਾ, ਮੇਰੇ ਮਿਸਿਸ ਆ ਕੇ ਅਸੀਂ 2004 ਚ ਆਏ ਆ, ਕਹਿੰਦੇ ਸੀ ਤੁਸੀਂ ਕਮਲੇ ਆ, ਕੀ ਕਰਦੇ ਆ, ਗਵਰਨਮੈਂਟ ਨਾਲ ਪੰਗਾ ਲੈ ਰਹੇ ਆ। ਗਵਰਨਮੈਂਟ ਜਿਹੜੇ ਕੰਟਰੀ 'ਚ ਫ੍ਰੀ ਅੰਗਰੇਜ਼ੀ ਪੜ੍ਹਾ ਰਹੀ ਹੋਏਗੀ, ਤੁਸੀਂ ਕਹਿੰਦੇ ਮੈਂ ਪ੍ਰਾਈਵੇਟ ਪੜ੍ਹਾ ਕੇ ਤੇ ਮੈਂ ਉਹ 'ਚ ਸਰਵਾਈਵ ਕਰਨਾ, ਸਮਝ ਨਹੀਂ ਆਉਂਦੀ ਮੈਨੂੰ। ਮੈਂ ਕਿਹਾ ਯੂ ਕੈਂਟ ਸੀ ਮੀ, ਤੁਸੀਂ ਫਿਰ ਮੈਨੂੰ ਜਾਣਦੇ ਨਹੀਂ। ਮੈਂ ਕਿਹਾ ਔਰ ਮੈਂ ਇੱਥੇ ਵਲੰਟੀਅਰ ਕੀਤਾ, ਜਿਹੜੀਆਂ ਆਰਗੇਨਾਈਜੇਸ਼ਨ ਆ ਉੱਥੇ ਪੜ੍ਹਾ ਕੇ ਦੇਖਿਆ। ਉੱਥੇ ਇੱਕ ਲੇਡੀ ਮਹਿੰਦਰ ਕੌਰ ਸੀ, ਮੈਨੂੰ ਕਲਾਸ ਮੈਂ ਇੱਕ ਦਿਨ ਪੂਰੀ ਲਈ ਸਾਰੀ, ਤੇ ਉਹ ਟੀਚਰ ਦੀ ਮੀਟਿੰਗ ਸੀ, ਮੈਨੂੰ ਕਹਿੰਦੀ ਆ ਟੀਚਰ ਨੂੰ ਵੀ ਇਦਾਂ ਹੀ ਕਿਹਾ ਕਰ ਜਿੱਦਾਂ ਤੂੰ ਪੜ੍ਹਾਉਣਾ। ਮੇਰਾ ਬੜਾ ਹੋਰ ਕੌਨਫੀਡੈਂਸ ਵਧਿਆ। ਮੈਂ ਫਿਰ ਆਪਣੇ 15,000 ਦੀ ਮੈਂ ਐਡਵਰਟਾਈਜ਼ਮੈਂਟ ਕਰਕੇ ਲਾਤਾ ਕਿ ਸਾਡੇ ਕੋਲ ਤੁਸੀਂ ਆਓ, ਔਰ ਜਿਸ ਤਰੀਕੇ ਨਾਲ ਅਸੀਂ ਇੱਥੇ ਪਾਇਓਨੀਅਰ ਆ। ਮੈਂ ਕੈਨੇਡਾ 'ਚ ਪ੍ਰਾਈਵੇਟ ਇੰਗਲਿਸ਼ ਸਿਖਾਉਣ ਵਾਲਾ ਹੁਣ ਤਾਂ ਬਹੁਤ ਇੰਸਟੀਚਿਊਟ ਹੋ ਗਿਆ ਪਰਮਾਤਮਾ ਦੀ ਦਇਆ ਨਾਲ। ਅੰਗਰੇਜ਼ੀ ਸਿੱਖਣੀ ਬਹੁਤ ਜ਼ਰੂਰੀ ਹੈ, ਮਾਂ ਬੋਲੀ ਨੂੰ ਵੀ ਆਪਣੀ ਰਿਸਪੈਕਟ ਕਰੋ, ਪਰ ਅੰਗਰੇਜ਼ੀ ਬਿਨਾਂ ਅਸੀਂ ਜ਼ਿੰਦਗੀ 'ਚ ਤਰੱਕੀ ਨਹੀਂ ਕਰ ਸਕਦੇ, ਬਿਕੋਜ਼ ਇਟ ਹੈਜ਼ ਬਿਕਮ ਦਾ ਲਿੰਗੁਆ ਫ੍ਰੈਂਕਾ ਆਫ ਦੀ ਵਰਲਡ। ਮੈਂ ਇੱਥੇ ਐਡਵਰਟਾਈਜ਼ਮੈਂਟ ਸ਼ੁਰੂ ਕੀਤੀ ਗਾ ਕੇ, ਕਿਉਂਕਿ ਮੈਂ ਕ੍ਰੀਏਟਿਵ ਆਰਟਿਸਟ ਵੀ ਹਾਂ। ਛੇਤੀ ਸਾਨੂੰ ਤੁਸੀਂ ਫੋਨ ਕਰੋ ਜਿਨ੍ਹਾਂ ਨੂੰ ਅੰਗਰੇਜ਼ੀ ਸਿੱਖਣ ਦੀ ਕਾਹਲੀ। ਸਾਡਾ ਫੋਨ 604 725 3340 725 3340 ਜੀ। ਬਿਲਕੁਲ। ਸੋ ਇਹ ਸੀਗੇ ਪ੍ਰੋਫੈਸਰ ਵਿਰਦੀ ਸਾਹਿਬ। ਸੋ ਅਸੀਂ ਇੱਥੇ ਹੀ ਅੱਜ ਪ੍ਰੋਗਰਾਮ ਨੂੰ ਵਿਰਾਮ ਦਿੰਦੇ ਹਾਂ ਤੇ ਅਗਲੇ ਵਾਰ ਫਿਰ ਇੱਕ ਵਾਰ ਲੈ ਕੇ ਹਾਜ਼ਰ ਹੋਵਾਂਗੇ ਕੁਝ ਨਵੀਆਂ ਫੈਕਟਸ ਤੇ ਕੁਝ ਇੰਟਰਸਟਿੰਗ ਗੱਲਾਂ। ਸਤਿ ਸ਼੍ਰੀ ਅਕਾਲ, ਧੰਨਵਾਦ। ਸੀ ਯੂ ਨੈਕਸਟ ਟਾਈਮ ਜੀ, ਥੈਂਕ ਯੂ ਜੀ।